Hello students and welcome again to my channel. So students plus 1 ਦਾ ਅਸੀਂ ਫਸਟ ਯੂਨਿਟ ਦਾ ਸੈਕੰਡ ਚੈਪਟਰ ਕਰ ਰਹੇ ਹਾਂ। ਸੋ ਅੱਜ ਸਾਡੇ ਕੋਲ ਅੱਗੇ ਜੋ ਨੈਕਸਟ ਟੌਪਿਕ ਹੈਗਾ ਐਂਪੀਅਰ। ਐਂਪੀਅਰ ਨੂੰ ਆਪਾਂ A ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਐਂਪੀਅਰ ਵੀ ਇੱਕ ਸਾਇੰਟਿਸਟ ਦੇ ਨਾਂ ਦੇ ਉੱਤੇ ਜਿਹੜੇ ਇਲੈਕਟ੍ਰਿਕ ਕਰੰਟ ਦੇ ਯੂਨਿਟ ਹੁੰਦੇ ਆ। ਠੀਕ ਹੈ, ਇਹ ਕਿਹਦੇ ਯੂਨਿਟ ਆ? ਇਲੈਕਟ੍ਰਿਕ ਕਰੰਟ ਦੇ। ਠੀਕ, ਸੋ ਕਰੰਟ ਨੂੰ ਐਂਪੀਅਰਸ ਦੇ ਵਿੱਚ ਮੈਜ਼ਰ ਕੀਤਾ ਜਾਂਦਾ। ਐਂਪੀਅਰ ਵੀ ਸਾਇੰਟਿਸਟ ਦਾ ਨਾਂ ਹੀ, ਇਸ ਕਰਕੇ ਇਹਨੂੰ ਸਮਾਲ ਲੈਟਰ ਵਿੱਚ ਲਿਖਿਆ ਤੇ ਉਹਦਾ ਸਿੰਬਲ ਕੈਪੀਟਲ ਲੈਟਰ ਵਿੱਚ ਜਿਹੜਾ ਰਿਪਰੈਜ਼ੈਂਟ ਕੀਤਾ ਹੈ। ਠੀਕ ਹੈ, ਸੋ ਇੱਕ ਐਂਪੀਅਰ ਜਿਹੜਾ ਕਿੰਨਾ ਕਰੰਟ ਹੁੰਦਾ ਆ? ਜੇ ਸਪੋਜ਼ ਕਰ ਲਓ ਦੋ ਇਨਫਾਈਨਾਈਟ ਲੌਂਗ ਕੰਡਕਟਰਸ ਹੋਣ, ਇਨਫਾਈਨਾਈਟ ਲੌਂਗ ਮਤਲਬ ਬਹੁਤ ਲੰਬੇ। ਠੀਕ ਹੈ, ਜਾਂ ਲੰਬਾਈ ਬਹੁਤ ਜ਼ਿਆਦੀ ਹੋਵੇ, ਆਪਾਂ ਨੂੰ ਅਨੁਮਾਨ ਹੀ ਨਾ ਲੱਗ ਸਕੇ ਕਿ ਕਿੰਨੀ ਲੰਬਾਈ ਆ, ਤੇ ਉਹਨਾਂ ਦੇ ਵਿੱਚ ਦਾ ਡਿਸਟੈਂਸ 1 ਮੀਟਰ ਦਾ ਹੋਵੇ। ਠੀਕ ਹੈ, ਔਰ ਉਹਨਾਂ ਕੰਡਕਟਰਸ ਦੇ ਵਿੱਚ ਫੋਰਸ ਜਿਹੜੀ ਆ ਉਹ ਕਿੰਨੀ ਲੱਗ ਰਹੀ ਹੋਵੇ, that is equal to 2 into 10 to raise power minus 7 ਨਿਊਟਨ ਪਰ ਮੀਟਰ ਸਕੁਅਰ ਦੀ। ਜੇ ਉਹਨਾਂ ਵਿੱਚ ਦੋ ਇਨਫਾਈਨਾਈਟ ਕੰਡਕਟਰਸ ਜਿਹੜੇ 1 ਮੀਟਰ ਦੇ ਡਿਸਟੈਂਸ ਦੇ ਉੱਤੇ ਹੋਣ ਤੇ ਉਹਨਾਂ ਵਿੱਚ ਫੋਰਸ ਜਿਹੜੀ ਆ, ਫੋਰਸ ਆਫ ਅਟਰੈਕਸ਼ਨ ਜਾਂ ਫੋਰਸ ਆਫ ਰਿਪਲਸ਼ਨ ਜਿਹੜੀ ਆ 2 into 10 to raise power minus 7 ਨਿਊਟਨ ਪਰ ਮੀਟਰ ਸਕੁਅਰ ਦੀ ਲੱਗ ਰਹੀ ਹੋਵੇ, ਤੇ ਫਿਰ ਆਪਾਂ ਕਵਾਂਗੇ ਵੀ ਉਹਨਾਂ ਵਿੱਚ ਕਰੰਟ ਜਿਹੜਾ ਕਿੰਨਾ ਫਲੋ ਹੋ ਰਿਹਾ ਆ, 1 ਐਂਪੀਅਰ ਦਾ। ਠੀਕ ਹੈ ਸਟੂਡੈਂਟਸ, ਸਮਝ ਲੱਗ ਗਈ? ਸੋ 1 ਐਂਪੀਅਰ ਦੀ ਡੈਫੀਨੇਸ਼ਨ ਪਤਾ ਲੱਗ ਗਈ। ਸੋ 1 ampere of the current flowing through the two straight parallel infinite conductors when they are held at a distance of 1 meter and the force between them is 2 into 10 to raise power minus 7 newton per meter square। okay students, समझ लग गई? सो ये अपने को एम्पीयर दी डेफिनेशन जी आ गई। ठीक है, सो 6th अपने को ਜਿਹੜੀ ਬੇਸਿਕ ਯੂਨਿਟ ਆ ਗਏ ਆਪਣੇ ਕੋ ਕਿਹੜੇ? ਕੈਂਡਲਾ। ਕੈਂਡਲਾ CD ਦੇ ਨਾਲ ਇਹਨੂੰ ਆਪਾਂ ਰਿਪਰੈਜ਼ੈਂਟ ਕਰ ਦਿੰਦੇ ਆ ਕੈਂਡਲਾ ਨੂੰ। ਠੀਕ ਹੈ, ਇਹ ਕਿਹਦੇ ਯੂਨਿਟ ਹੈਗੇ ਆ? ਲੂਮੀਨਸ ਇੰਟੈਂਸਿਟੀ ਦੇ। ਲੂਮੀਨਸ ਇੰਟੈਂਸਿਟੀ ਦੇ ਯੂਨਿਟ ਆ ਆਪਣੇ ਕੋ ਕੈਂਡਲਾ। ਠੀਕ ਹੈ, ਸੋ 1 ਕੈਂਡਲਾ ਜਿਹੜੀ ਆ ਆਪਾਂ ਕਿਸ ਤਰ੍ਹਾਂ ਡਿਫਾਈਨ ਕਰਾਂਗੇ? 1 ਕੈਂਡਲਾ, ਇੱਕ ਕੈਂਡਲਾ ਲੂਮੀਨਸ ਇੰਟੈਂਸਿਟੀ ਕੀ ਹੋਊਗੀ? ਠੀਕ ਹੈ, ਜੇ ਸਪੋਜ਼ ਕਰ ਲਓ ਵੀ ਆਪਣੇ ਕੋ ਕੋਈ, ਠੀਕ ਹੈ ਧਿਆਨ ਨਾਲ ਸਮਝਣ ਦੀ ਲੋੜ ਆ, ਬਲੈਕ ਬੋਡੀ ਹੈ। ਸੋ ਸਭ ਤੋਂ ਪਹਿਲਾਂ ਤੇ ਇਹ ਸਮਝਣਾ ਜ਼ਰੂਰੀ ਹੈ ਵੀ ਬਲੈਕ ਬੋਡੀ ਹੁੰਦੀ ਕੀ ਹੈ। ਠੀਕ ਹੈ, ਡੈਫੀਨੇਸ਼ਨ ਇਹਦੀ ਪੂਰੀ ਸਮਝਣ ਤੋਂ ਪਹਿਲਾਂ ਬਲੈਕ ਬੋਡੀ ਸਮਝਣਾ ਜ਼ਰੂਰੀ ਹੈ। ਬਲੈਕ ਬੋਡੀ ਇੱਕ ਬਲੈਕ ਰੰਗ ਦੀ ਹੀ ਬੋਡੀ ਹੁੰਦੀ ਆ। ਠੀਕ ਹੈ, ਜਿਹੜੀ ਇਹਦੇ ਉੱਤੇ ਕੋਈ ਲਾਈਟ ਜਦੋਂ ਫਾਲ ਕਰਦੀ ਆ ਤੇ ਇਹਨੂੰ ਉਹ ਰਿਫਲੈਕਟ ਨਹੀਂ ਹੋਣ ਦਿੰਦੀ। ਠੀਕ ਹੈ, ਉਸ ਬੋਡੀ ਨੂੰ ਆਪਾਂ ਕਹਿੰਦੇ ਆ ਬਲੈਕ ਬੋਡੀ। ਠੀਕ ਹੈ, ਜੇ ਤੋਂ ਕੋਈ ਵੀ ਲਾਈਟ ਜਿਹੜੀ ਰਿਫਲੈਕਟ ਨਹੀਂ ਹੋ ਸਕਦੀ ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਬਲੈਕ ਬੋਡੀ। ਅਬਜ਼ੌਰਬ ਕਰ ਲੈਂਦੀ, ਸਾਰੀਆਂ ਵੇਵਲੈਂਥ ਦੀ ਲਾਈਟ ਨੂੰ ਅਬਜ਼ੌਰਬ ਕਰ ਲੈਂਦੀ ਆ ਇਹ ਬੋਡੀ, ਉਹਨੂੰ ਬੋਡੀ ਨੂੰ ਆਪਾਂ ਕਹਿੰਦੇ ਆ ਬਲੈਕ ਬੋਡੀ ਕਹਿ ਦਿੰਦੇ ਆ। ਠੀਕ ਹੈ, ਸਮਝ ਲੱਗ ਗਈ? ਸੋ ਇਹ ਆਪਣੇ ਕੋਲ ਜਿਹੜੀ ਬਲੈਕ ਬੋਡੀ ਆ, ਇਹਦਾ ਸਪੋਜ਼ ਕਰ ਲਓ ਵੀ ਆਪਣੇ ਕੋਲ ਏਰੀਆ ਕਿੰਨਾ ਹੈਗਾ? 1/6 ਲੱਖ, 6 ਲੱਖ ਮੀਟਰ ਸਕੁਅਰ। ਠੀਕ ਹੈ, ਜੇ ਆਪਣੇ ਕੋ ਕੋਈ ਬਲੈਕ ਬੋਡੀ ਹੋਵੇ ਜਿਹਦਾ ਏਰੀਆ ਜਿਹੜਾ ਕੀ ਆ 1/6 ਲੱਖ ਮੀਟਰ ਸਕੁਅਰ ਦਾ ਹੋਵੇ, ਠੀਕ ਹੈ, ਤੇ ਉਹ ਬੋਡੀ ਜਿਹੜੀ ਆ ਉਹ ਕਿੰਨੇ ਟੈਂਪਰੇਚਰ ਦੇ ਉੱਤੇ ਹੋਵੇ? 2046.65 ਕੈਲਵਿਨ ਟੈਂਪਰੇਚਰ ਦੇ ਉੱਤੇ। ਠੀਕ ਹੈ, ਇੰਨੇ ਟੈਂਪਰੇਚਰ ਹੋਣਾ ਚਾਹੀਦਾ ਉਸ ਬਲੈਕ ਬੋਡੀ ਦਾ, ਤੇ ਉਹਦੇ ਉੱਤੇ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ ਆ? ਉਹ ਆਪਣੇ ਕੋ 1,01,325 ਨਿਊਟਨ ਪਰ ਸਕੁਅਰ ਮੀਟਰ। ਠੀਕ ਹੈ, ਇੰਨਾ ਜਿਹੜਾ ਕੀ ਆ ਪ੍ਰੈਸ਼ਰ ਹੋਵੇ। ਜੇ ਬਲੈਕ ਬੋਡੀ ਜਿਹਦਾ ਟੈਂਪਰੇਚਰ ਇੰਨਾ ਹੋਵੇ 2046.65 ਕੈਲਵਿਨ ਤੇ ਪ੍ਰੈਸ਼ਰ ਇੰਨਾ ਹੋਵੇ 1,01,325 ਨਿਊਟਨ ਪਰ ਮੀਟਰ ਸਕੁਅਰ ਦਾ, ਤੇ ਉਹਦੇ ਇੰਨੇ ਏਰੀਏ ਵਿੱਚੋਂ ਜਿੰਨੀ ਲੂਮੀਨਸ ਇੰਟੈਂਸਿਟੀ ਜਿਹੜੀ ਆ, ਲਾਈਟ ਜਿਹੜੀ ਆ ਉਹ ਨਿਕਲੂਗੀ,
ਉਹਨੂੰ ਆਪਾਂ ਕੀ ਕਹਿ ਦਿੰਦੇ ਆ, एक कैंडला। ठीक है, कोई ब्लैक बॉडी जिहदा टैंपरेचर इन्ना ते इन्ने प्रैशर दे हेठ होवे, ਉਹਦੇ ਇੰਨੇ ਏਰੀਏ ਦੇ ਵਿੱਚੋਂ ਜਿੰਨੀ ਲੂਮੀਨਸ ਇੰਟੈਂਸਿਟੀ ਪਰਪੈਂਡੀਕੁਲਰਲੀ ਬਾਹਰ ਨਿਕਲੂਗੀ ਉਹਨੂੰ ਆਪਾਂ ਕਹਿੰਦੇ ਇੱਕ ਕੈਂਡਲਾ। ਠੀਕ ਹੈ ਸਟੂਡੈਂਟਸ, ਸਮਝ ਲੱਗ ਗਈ। ਸੋ ਹੋਰ ਜਿਹੜੇ ਕੀ ਆ ਅੱਗੇ ਨੈਕਸਟ ਆਪਣੇ ਕੋ 7th ਜਿਹੜਾ ਬੇਸਿਕ ਯੂਨਿਟ ਆ ਜਾਂਦੇ ਆ, ਮੋਲ। ਮੋਲ ਕਿਹਦੇ ਯੂਨਿਟ ਆ, ਇਹ ਐਸਆਈ ਯੂਨਿਟ ਹੈਗੇ ਆ ਕੁਆਂਟੀਟੀ ਆਫ ਮੈਟਰ ਦੇ। ਕੁਆਂਟੀਟੀ ਆਫ मैटर दे यूनिट की आ जाते हैं मोल, SI यूनिट है ये मोल। सो 1 मोल नू आपां जिहड़ा किस तरह डिफाइन करांगे, 1 मोल दैट इज इक्वल टू द, ठीक है, टोटल नंबर ऑफ एटम्स, जिन्ने टोटल नंबर ऑफ एटम्स जां एलीमेंटरी यूनिट्स और एलीमेंटरी यूनिट्स, ठीक है, जिहड़े उहनूं बनाउंदे आ। ठीक है, एलीमेंटरी यूनिट्स ऑफ 0.012 किलोग्राम ऑफ कार्बन 12। कार्बन 12 मतलब 12 जी का एटॉमिक मास होवे कार्बन का। ठीक है, उस कार्बन एटम का 0.12 किलोग्राम दे विच जिन्ने टोटल नंबर ऑफ एटम्स होणगे वो आपां नूं रिप्रजेंट करदे किनू, इन्ना अमाउंट ऑफ सबसटेंस किनू रिप्रजेंट करता, एक मोल नू रिप्रजेंट करता है। ठीक है स्टूडेंट्स, समझ लग गई। सो ये अपने को जेडे 7 बेसिक यूनिट्स ही। नैक्सट अगे अपने को 2 सप्लीमेंटरी यूनिट्स आ जाते हैं। नैक्सट अगे हैडिंग पाओ सप्लीमेंटरी यूनिट्स ऑफ SI। ठीक है, सो 2 सप्लीमेंटरी यूनिट्स है अपने को। पहला रेडियन। सो रेडियन के बारे अगे भी मैं जरा दस चुका है तुहानू भी रेडियन की हुंदा आ। ठीक है, ये किदे रेडियन किदे यूनिट है अपने को, प्लेन एंगल दे। ठीक है, प्लेन एंगल दे SI यूनिट हुंदे आ रेडियन। ठीक, सो रेडियन जड़ा की है अपने को, इस तरह मैं दस्या ही तुहानू भी रेडियस कोई भी सर्कल आ ਉਹਦੇ रेडियस ਦੇ बराबर दी आपां आर्क लैके वो आर्क जिहड़ी आ जिन्ना एंगल सबटेंड करे सेंटर दे उत्ते ਉਹਨੂੰ आपां की कह दिंदे एक रेडियन। ठीक है स्टूडेंट्स, समझ लग गई। तो एक रेडियन जिहड़ा की आ रेडियस दे बराबर दा आपां आर्क लैके वो आर्क जिन्ना सेंटर दे उत्ते एंगल सबटेंड करे उस एंगल नूं आपां की कह दिंदे आ रेडियन, एक रेडियन। ठीक है, सो प्लेन एंगल जिहड़ा कि आपां नूं पता ही है प्लेन एंगल वो किहदे बराबर हुंदा है। ठीक है, रेडियन विच इन रेडियन। ठीक है, RAD आपां लिख दीदा, जिहड़ा सिंबल आंदा RAD। ठीक है, रेडियन दे विच किहदे बराबर हुंदा, दैट इज लेंथ ऑफ आर्क, या सिंपली आपां आर्क ही कह दीदा, आर्क ओवर रेडियस। ठीक है, लेंथ ऑफ आर्क डिवाइडेड बाय रेडियस, ये अपने को रेडियन आ गया। ठीक है, प्लेन एंगल के बारे। दूसरे अपने को सप्लीमेंटरी यूनिट जिहड़े SI दे विच हुंदे, स्टीरेडियन। स्टीरेडियन जिहड़े ये यूनिट किहदे हुंदे आ, सॉलिड एंगल दे। तो स्टूडेंट्स एक ते आपां नूं पता होना चाहिए भी प्लेन एंगल ते सॉलिड एंगल आपां नूं पता होने चाहिए भी ये है की चीज़ है। सो प्लेन एंगल जिहड़ा की आ जिस तरह अपने को वर्क आया, ठीक है, पेज जिहड़ा हुंदा आ ਉਹਦੇ ਉੱਤੇ ਆਪਾਂ ਉਹ ਕੀ ਹੁੰਦਾ ਆ, प्लेन ਦੇ ਵਿੱਚ ਹੁੰਦਾ ਹੈ। ठीक है, 2 ਡਾਈਮੈਂਸ਼ਨਸ ਦੇ ਵਿੱਚ ਹੁੰਦਾ ਹੈ। ठीक, ਸੋ ਉਹ ਕੀ ਹੋ ਗਿਆ प्लेन। ਤੇ ਜਿਹੜਾ ਆਪਣੇ ਕੋ 3 ਡਾਈਮੈਂਸ਼ਨ ਦੇ ਵਿੱਚ ਹੁੰਦਾ ਆ ਉਹ ਆਪਣੇ ਕੋ ਕੀ ਬਣ ਜਾਂਦਾ ਆ, ਉਹ ਸੋਲਿਡ ਐਂਗਲ ਜਿਹੜਾ 3 ਡਾਈਮੈਂਸ਼ਨ ਦੇ ਵਿੱਚ ਆ ਜਾਂਦਾ। 3 ਡਾਈਮੈਂਸ਼ਨ ਵਿੱਚ 3 ਐਕਸਿਸ ਹੁੰਦੀਆਂ। 2 प्लेन एंगल दियां जड़ियां आ 2 डायमेंशनस हुंदियां आ, 2 डायमेंशन विच हुंदा है अपने को प्लेन एंगल, ते सॉलिड एंगल जिहड़ा हुंदा है वो 3 डायमेंशनस दे विच हुंदा है, 3 डायमेंशनस। ठीक है, सो ये आपां जिहड़ा रेडियन ये डिस्क्राइब कीता अपने को सर्कल वास्ते, ते जे अपने को आपां हुण जिहड़ा सॉलिड एंगल जिहड़ा डिस्क्राइब करना वो आपां स्फीयर वास्ते जिहड़ा ड्रा करना। ठीक है, सपोज कर लो भी अपने को स्फीयर हैगा कोई, ठीक है,
ਸਫੈਰੀਕਲ ਬੋਡੀ ਆ, ਠੀਕ। ਸਫੈਰੀਕਲ ਬੋਡੀ ਦੇ ਉੱਤੇ ਆਪਾਂ ਇੱਕ ਛੋਟਾ ਜਿਹਾ ਪੋਰਸ਼ਨ ਜਿਹੜਾ ਲੈ ਲੈਂਦੇ ਆ, ਠੀਕ ਹੈ। ਜਿਸ ਤਰ੍ਹਾਂ ਬੋਲ ਹੁੰਦੀ ਆ, ਬੋਲ ਦੇ ਉੱਤੇ ਆਪਾਂ ਇੱਕ ਛੋਟਾ ਜਿਹਾ ਪੋਰਸ਼ਨ ਜਿਹੜਾ ਲੈ ਲਈਏ, ਠੀਕ ਹੈ। ਹਾਂ, ਆਪਣੇ ਕੋਲ ਛੋਟਾ ਜਿਹਾ ਏਰੀਆ ਆਪਾਂ ਕੰਸੀਡਰ ਕਰ ਲਿਆ, ਆਪਣੇ ਕੋਲ DS, ਠੀਕ ਹੈ। ਸੋਲ ਆਪਣੇ ਕੋਲ DS ਸਰਫੇਸ ਏਰੀਆ ਜਿਹੜਾ ਆਪਾਂ ਕੰਸੀਡਰ ਕਰ ਲਿਆ ਇਹਦੇ ਉੱਤੇ, ਠੀਕ ਹੈ। ਸੋ ਇੱਥੋਂ ਜਿਹੜਾ ਕੀ ਆ ਆਪਾਂ ਸੈਂਟਰ ਤੱਕ, ਆ ਸੈਂਟਰ ਆ ਗਿਆ ਆਪਣੇ ਕੋਲ ਇਹਦਾ ਸਫੈਰੀਕਲ ਬੋਡੀ ਦਾ, ਠੀਕ ਹੈ। ਸੋ ਇਹ ਕੀ ਬਣ ਜੂਗੀ ਆਪਣੇ ਕੋਲ, ਇੱਕ ਕੋਨ ਟਾਈਪ ਬਣ ਜੂਗੀ, ਠੀਕ ਹੈ। ਆ ਜਿਹੜੀ ਇੱਕ ਕੋਨ ਟਾਈਪ ਜਿਹੜੀ ਆ ਉਹ ਬਣ ਜੂਗੀ, ਮਤਲਬ ਕਿ ਜਿਸ ਤਰ੍ਹਾਂ ਦੀ ਕੋਨ ਹੁੰਦੀ ਆ, ਕੋਨ ਦੇ ਉੱਪਰਲੇ ਪਾਸੇ ਦਾ ਮੂੰਹ ਹੋ ਗਿਆ ਏਰੀਆ, ਠੀਕ ਹੈ। ਤੇ ਆ ਜਿਹੜੀ ਆਪਣੇ ਕੋ ਕੋਨ ਦੀ ਟਿਊਬ ਜੀ ਜਿਹੜੀ ਇਹ ਬਣ ਗਈ, ਠੀਕ ਹੈ। ਓਕੇ ਸਟੂਡੈਂਟਸ, ਸੋ ਆ ਜਿਹੜਾ ਆਪਣੇ ਕੋ ਐਂਗਲ ਆਊਗਾ, ਇਹਨੂੰ ਆਪਾਂ ਜਿਹੜਾ ਕੀ ਕਹਿ ਦੇਣਾ, ਸੈਂਟਰ ਦੇ ਉੱਤੇ ਜਿਹੜਾ ਐਂਗਲ ਹੁੰਦਾ ਉਹਨੂੰ ਕਹਿੰਦੇ ਆ ਸੋਲਿਡ ਐਂਗਲ। ਇਹ ਆਪਣੇ ਕੋ ਸੋਲਿਡ ਐਂਗਲ ਆ। ਓਕੇ ਸਟੂਡੈਂਟਸ, ਗੱਲ ਕਲੀਅਰ ਹੋ ਗਈ। ਸੋ ਇਹ ਸੋਲਿਡ ਐਂਗਲ ਜਿਹੜਾ, ਇਹਦੇ ਯੂਨਿਟ ਕੀ ਹੁੰਦੇ ਆ, ਸਟੀਰੇਡੀਅਨ। ਓਕੇ, ਸੋ ਸਟੀਰੇਡੀਅਨ ਸੋਲਿਡ ਐਂਗਲ ਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ, ਸੋਲਿਡ ਐਂਗਲ ਇਜ਼ ਇਕੁਅਲ ਟੂ, that is the ratio of the area cut out from the surface of sphere, from surface of sphere, ਜਿਹੜਾ ਏਰੀਆ ਆਪਾਂ ਕੱਟ ਕੀਤਾ ਸਰਫੇਸ ਆਫ ਸਫੀਅਰ ਤੋਂ, ਡਿਵਾਈਡਡ ਬਾय ਰੇਡੀਅਸ ਦਾ ਸਕੁਅਰ। ਆ ਆਪਣੇ ਕੋ ਰੇਡੀਅਸ ਆ ਗਿਆ ਇੱਧਰ, ਠੀਕ ਹੈ। ਆ ਆਪਣੇ ਕੋ ਰੇਡੀਅਸ ਆ ਗਿਆ, ਠੀਕ ਹੈ। ਤੇ ਆ ਕੀ ਆ ਗਿਆ ਆਪਣੇ ਕੋ ਏਰੀਆ, ਆ ਜਿਹੜਾ ਸਰਫੇਸ ਏਰੀਆ ਆ ਗਿਆ ਉੱਪਰਲਾ, ਠੀਕ ਹੈ, ਜਿਹੜਾ ਆਪਾਂ ਕੱਟ ਕੀਤਾ ਹੈ, ਠੀਕ। ਸੋ ਇਹ ਆਪਣੇ ਕੋ ਆ ਜਾਊਗਾ DS ਓਵਰ R ਸਕੁਅਰ। ਇਹ ਆਪਣੇ ਕੋ ਆ ਗਿਆ ਸੋਲਿਡ ਐਂਗਲ, ਠੀਕ ਹੈ, ਸੋਲਿਡ ਐਂਗਲ। ਓਕੇ ਸਟੂਡੈਂਟਸ, ਸੋ ਇਹਦੇ ਜਿਹੜੇ ਯੂਨਿਟ ਕੀ ਹੁੰਦੇ ਆ SI ਦੇ ਵਿੱਚ, ਸਟੀਰੇਡੀਅਨ, ਸਟੀਰੇਡੀਅਨ ਇਹਦੇ ਯੂਨਿਟ ਆ ਗਏ ਸੋਲਿਡ ਐਂਗਲ ਦੇ। ਓਕੇ, ਸੋ ਇਹ ਸੀ ਆਪਣੇ ਕੋ ਜਿਹੜਾ 7 ਬੇਸਿਕ SI ਯੂਨਿਟ ਤੇ 2 ਸਪਲੀਮੈਂਟਰੀ ਯੂਨਿਟਸ ਦੇ ਬਾਰੇ। ਸੋ ਨੈਕਸਟ ਹੈਡਿੰਗ ਪਾਓ ਸਟੂਡੈਂਟਸ, ਐਡਵਾਂਟੇजेस ਆਫ SI। ਸੋ SI ਸਿਸਟਮ ਦੇ ਕੀ ਐਡਵਾਂਟੇਜ ਹੈਗੇ ਆ, ਠੀਕ ਹੈ। ਸੋ ਇਹਨਾਂ ਨੂੰ ਆਪਾਂ 1 by 1 ਜਿਹੜਾ ਡਿਸਕਸ ਕਰਾਂਗੇ। ਪਹਿਲਾ ਐਡਵਾਂਟੇਜ, ਨੰਬਰ 1, it is a rational system of unit, it is a rational system of units। ਇਹ ਰੈਸ਼ਨਲ ਸਿਸਟਮ ਆਫ ਯੂਨਿਟਸ ਹੈ। ਰੈਸ਼ਨਲ ਮਤਲਬ, ਰੈਸ਼ਨਲ ਕੀ ਹੁੰਦਾ, ਜਿਹੜਾ ਸਮਝਦਾਰ ਹੁੰਦਾ, ਠੀਕ ਹੈ। ਸੋ ਇਹ ਆਪਣੇ ਕੋਲ ਸਿਰਫ ਇੱਕੋ ਤਰ੍ਹਾਂ ਦੇ ਯੂਨਿਟ ਜਿਹੜੇ ਆ ਯੂਜ਼ ਕਰਦਾ ਹੈ ਇੱਕ ਫਿਜ਼ੀਕਲ ਕੁਆਂਟੀਟੀ ਵਾਸਤੇ, ਠੀਕ ਹੈ। ਇੱਕ ਫਿਜ਼ੀਕਲ ਕੁਆਂਟੀਟੀ ਵਾਸਤੇ ਇੱਕੋ ਤਰ੍ਹਾਂ ਦੇ ਯੂਨਿਟ ਜਿਹੜੇ ਯੂਜ਼ ਕਰਦਾ। ਹੁਣ ਕਈ ਸਿਸਟਮ ਦੇ ਵਿੱਚ ਜਿਹੜਾ ਇੱਕੋ ਫਿਜ਼ੀਕਲ ਕੁਆਂਟੀਟੀ ਵਾਸਤੇ ਵੱਖਰੇ ਵੱਖਰੇ ਜਿਹੜੇ ਉਹ ਯੂਨਿਟ ਇਸਤੇਮਾਲ ਕੀਤੇ ਜਾਂਦੇ, ਠੀਕ ਹੈ। ਜਿਸ ਤਰ੍ਹਾਂ એનર્ਜੀ ਆ, એનર્ਜੀ ਜਿਹੜੀ ਆ ਉਹ ਆਪਣੇ ਕੋ ਪਹਿਲਾਂ ਜਾਊਲ ਦੇ ਵਿੱਚ ਵੀ ਆਪਾਂ ਜਿਹੜਾ ਕੀ ਆ ਮੈਜ਼ਰ ਕਰਦੇ ਹੁੰਦੇ ਹਾਂ। ਹੀਟ એનર્ਜੀ ਦੂਜੀ ਤਰ੍ਹਾਂ ਦੀ ਆਪਣੇ ਕੋ એનર્ਜੀ ਆ ਗਈ, ਉਹ ਆਪਣੇ ਕੋ ਕੈਲਰੀ ਦੇ ਵਿੱਚ ਮੈਜ਼ਰ ਕਰਦੇ ਹਾਂ। ਜੇ ਇਲੈਕਟ੍ਰੀਕਲ એનર્ਜੀ ਹੁੰਦੀ ਸੀ ਉਹਨੂੰ ਵਾਟ ਆਵਰ ਦੇ ਵਿੱਚ ਮੈਜ਼ਰ ਕਰਦੇ ਹਾਂ। ਮਤਲਬ એનર્ਜੀ ਜਿਹੜੀ ਇੱਕੋ ਹੀ ਹੈਗੀ ਆ, ਪਰ ਉਹਨੂੰ ਵੱਖਰੇ ਵੱਖਰੇ ਯੂਨਿਟਸ ਦੇ ਵਿੱਚ ਮੈਜ਼ਰ ਕਰਦੇ ਹਾਂ। ਪਰ SI ਸਿਸਟਮ ਦੇ ਵਿੱਚ ਇੱਕੋ ਹੀ ਆਪਣੇ ਕੋਲ ਯੂਨਿਟ ਹੈਗੇ ਆ એનર્ਜੀ ਦੇ, ਉਹ ਕੀ ਆ, ਜਾਊਲ, ਠੀਕ ਹੈ। ਸੋ ਜਾਊਲ ਦੇ ਵਿੱਚ ਹੀ ਆਪਾਂ એનર્ਜੀ ਨੂੰ ਮੈਜ਼ਰ ਕਰਦੇ ਹਾਂ, ਠੀਕ ਹੈ ਸਟੂਡੈਂਟਸ, ਸਮਝ ਲੱਗ ਗਈ। ਸੋ ਹੋਰ ਜੇ ਸਪੋਜ਼ ਕਰ ਲਓ ਵੀ ਆਪਣੇ ਕੋਲ CGS ਸਿਸਟਮ ਆ ਜਾਂ MKS ਸਿਸਟਮ ਆ, ਉਹਨਾਂ ਦੇ ਵਿੱਚ ਜਿਹੜੇ ਆ ਦੋ ਤਰ੍ਹਾਂ ਦੇ ਅੱਗੋਂ ਨਾਲ ਜਿਹੜੇ ਹੋਰ ਯੂਨਿਟਸ ਜਿਹੜੇ ਚੱਲਦੇ ਸੀ। ਇੱਕ ਐਬਸੋਲਿਊਟ ਯੂਨਿਟਸ ਉਹਨਾਂ ਨੂੰ ਆਪਾਂ ਕਿਹਾ ਜਾਂਦਾ ਸੀ, ਠੀਕ ਹੈ। ਇੱਕ ਗ੍ਰੈਵਿਟੇਸ਼ਨਲ ਯੂਨਿਟਸ ਜਿਹੜੇ ਉਹ ਚੱਲਦੇ, ਠੀਕ ਹੈ, ਗ੍ਰੈਵਿਟੇਸ਼ਨਲ ਯੂਨਿਟਸ, ਠੀਕ ਹੈ। ਸੋ ਇਹ ਆਪਣੇ ਕੋ ਜਿਸ ਤਰ੍ਹਾਂ ਸਪੋਜ਼ ਕਰ ਲਓ ਵੀ ਫੋਰਸ ਆ, ਫੋਰਸ ਦੇ ਐਬਸੋਲਿਊਟ ਯੂਨਿਟਸ ਜਿਹੜੇ ਆ ਉਹ ਨਿਊਟਨ ਵਰਤੇ ਜਾਂਦੇ ਸੀ, ਠੀਕ ਹੈ। ਤੇ ਦੂਸਰੇ ਆਪਣੇ ਕੋ ਗ੍ਰੈਵਿਟੇਸ਼ਨਲ ਯੂਨਿਟਸ ਜਿਹੜੇ ਉਹ ਕਿਲੋਗ੍ਰਾਮ ਫੋਰਸ ਜਿਹੜੇ ਉਹ ਵਰਤੇ ਜਾਂਦੇ ਸੀ, ਠੀਕ। ਪਰ ਜਿਹੜਾ ਆਪਣੇ ਕੋ SI ਸਿਸਟਮ ਦੇ ਵਿੱਚ ਇਹੋ ਜੀ ਕੋਈ ਜਿਹੜੀ ਡਿਸਟਿੰਕਸ਼ਨ ਨਹੀਂ ਹੈਗੀ, ਐਬਸੋਲਿਊਟ ਯੂਨਿਟਸ ਜਾਂ ਗ੍ਰੈਵਿਟੇਸ਼ਨਲ ਯੂਨਿਟਸ ਜਿਹੜੇ ਨਹੀਂ ਹੈਗੇ, ਇੱਕੋ ਤਰ੍ਹਾਂ ਦੇ ਯੂਨਿਟ ਜਿਹੜੇ ਵਰਤੇ ਜਾਂਦੇ ਆ SI ਸਿਸਟਮ ਵਿੱਚ।
वो फोर्स दे हैगे आ न्यूटन। ठीक है, फोर्स दे यूनिट की वरते जाते हैं एसआई सिस्टम में, सिर्फ न्यूटन ही वरते जाते हैं। ठीक है स्टूडेंट्स, समझ लग गई। सो एक फिजिकल क्वांटिटी वास्ते इक्को तरह के ही यूनिट जिहड़े वरते जाते हैं एसआई सिस्टम में, इस करके इन्हों कहते हैं रैशनल सिस्टम ऑफ यूनिट्स। सो पहला एडवांटेज ये आ गया अपने को। ठीक है, सो सैकेंड अपने को एडवांटेज एसआई यूनिट्स का की है, एसआई इज ए कोहेरेंट सिस्टम ऑफ यूनिट्स। कोहेरेंट सिस्टम ऑफ यूनिट्स, कोहेरेंट सिस्टम ऑफ यूनिट्स की हुंदा अपने को स्टूडेंट्स भी जदों सपोज कर लो भी आपां डराइव्ड यूनिट्स जिहड़े ऑब्टेन करते हैं बाय डिवाइडिंग जां मल्टीप्लाइकेशन ते किन्हां नूं बेसिक जां सप्लीमेंटरी यूनिट्स नूं मल्टीप्लाई जां डिवाइड करके आपां डिराइव्ड यूनिट जिहड़े ऑब्टेन करते हैं उदों कोई भी जिहड़ा न्यूमेरिकल फैक्टर इंट्रोड्यूस नहीं हुंदा। ठीक है, एसआई सिस्टम दे विच, जबकि दूसरे यूनिट जिस तरह सीजीएस हो गया, एमकेएस सिस्टम हो गया, उन्हां विच जदों आपां डिराइव्ड यूनिट्स जिहड़े ऑब्टेन करते हैं मल्टीप्लाई करके या डिवाइड करके, उन्हां विच कोई ना कोई न्यूमेरिकल फैक्टर जिहड़ा इंट्रोड्यूस हो जाता है। ठीक है, इस करके जिहड़ा की आपां कह दिंदे आ भी अपने को एसआई सिस्टम जिहड़ा की है वो उन्हां नालों वधिया सिस्टम है। तो इस करके दैट इज द कोहेरेंट सिस्टम ऑफ यूनिट्स है, जबकि जिहड़े सीजीएस ते एमकेएस जिहड़े सिस्टम है वो कोहेरेंट सिस्टम ऑफ यूनिट्स नहीं है, क्योंकि उन्हां विच कोई ना कोई न्यूमेरिकल फैक्टर इंट्रोड्यूस हो जाता जो आपां डिराइव्ड यूनिट्स जिहड़े डिराइव करते हैं। ठीक है, तीसरा अपने को नैक्सट जिहड़ा एसआई इज क्लोजली, एसआई इज क्लोजली रिलेटेड टू सीजीएस सिस्टम। सो ये सीजीएस सिस्टम दे नाल बड़ा क्लोजली रिलेटेड आ। ठीक है, भी जदों आपां एसआई सिस्टम तो सीजीएस सिस्टम दे विच कन्वर्ट करना होवे ते बड़ा मतलब कि ईजी हो जाता है। ठीक है, भी एसआई सिस्टम में जे आप कह लीए भी लेंथ के यूनिट की होंगे मीटर। सो मीटर, एक मीटर जिहड़ा कि इहनूं आपां ईजीली जिहड़ा सेंटीमीटरां दे विच कन्वर्ट कर लैंदे आ। ठीक है, एक मीटर विच किन्ने सेंटीमीटर होंदे आ, 100 सेंटीमीटर होंदे आ। ठीक है, सो इस तरह आपां जिहड़ा की है सीजीएस सिस्टम तो भी एसआई सिस्टम दे विच इहनूं कन्वर्ट कर सकते हैं। इस करके आपां कह दिंदे आ भी ये एसआई सिस्टम जिहड़ा की है क्लोजली रिलेटेड टू सीजीएस सिस्टम है। ठीक है, सो नैक्सट अपने को फोर्थ जिहड़ी एडवांटेज है, एसआई इज ए मीट्रिक सिस्टम। मीट्रिक सिस्टम, मीट्रिक सिस्टम मतलब भी इनू आपां जिहड़ा एसआई जिहड़ा सिस्टम आ ये अपने को इहदे विच जदों आपां मल्टीपल्स जां सब मल्टीपल्स जिहड़े वो लिखदे आ उन्हां नूं 10 टू दी रेज़ड पावर विच एक्सप्रैस कर सकते हैं। ठीक है, कोई भी पावर होवे उहदे विच आपां एक्सप्रैस कर सकते हैं इस सिस्टम नूं। इस करके इनू एसआई सिस्टम नूं आपां की कह दिंदे आ, दैट इज ए मीट्रिक सिस्टम। मीट्रिक सिस्टम वो मीट्रिक वो हुंदा भी 10 टू दी रेज़ड पावर दे विच एक्सप्रैस कर सके, भी इधर 10 टू रेज़ पावर 2 लिख दीदा है। ठीक है, जिस तरह अपने को रकम हैगी आ, सपोज कर लो फिगर हैगी आ 2.299643 ठीक है, ये सारी फिगर जिहड़ी है इनू आपां मीट्रिक दे विच सिस्टम विच जिहड़ा की लिख सकते हैं। ठीक है, जिस तरह इत्थे 2.99 लगा दिए तो इंटू नाल की लिख दांगे 10 टू द रेज़ड पावर 6। ठीक है, इनू आपां जिहड़ा मीट्रिक सिस्टम दे विच जिहड़ा कन्वर्ट कर लिया। ठीक है स्टूडेंट्स, तो एसआई सिस्टम जिहड़ा की है दैट इज ए मीट्रिक सिस्टम। ओके स्टूडेंट्स, क्लियर हो गया। सो अगे अपने को कुछ जिहड़ियां आ एब्रीवेशंस आ इन पावर ऑफ 10, एब्रीवेशंस इन पावर ऑफ 10। ठीक है, सो अपने को कई प्रीफिक्स जिहड़े हुंदे आ, जिस तरह सपोज कर लो प्रीफिक्स अपने को हैगे आ डैसी आ। डैसी का यदा सिंबल की हुंदा आ, सिंबल यदा आंदा डी। ठीक, इनू आपां किस तरह पावर ऑफ 10 दे विच किस तरह लिख सकते हैं, ए 10 टू दी रेज़ड पावर -1। डैसी का मतलब जिस तरह डेसीमीटर आ, एक डेसीमीटर जिहड़ा आ उन्होंने आपां किस तरह लिख सकते हैं भी 10 टू दी रेज़ड पावर -1 मीटर, यानी कि 1/10वां हिस्सा किहदा मीटर। ओके स्टूडेंट्स, सो ये डैसी जिहड़ा प्रीफिक्स आ। ठीक,
भी मीटर तो यूनिट तो पहला प्री मतलब पहला फिक्स होया होगा। ठीक है, यूनिट तो पहला जिहड़ा फिक्स होया हुंदा उहनूं प्री फिक्स जिहड़ा आपां कह दईदा। ठीक है, तो दूसरा अपना वो प्री फिक्स हैगा सेंटी। सेंटी की हुंदा आ, इहनूं आपां जिहड़ा सी दे नाल डिनोट कर दिंदे आ। ठीक है, तो ये 10 टू द रेज़ पावर -2 दे पावर दे विच आपां 10 टू द रेज़ पावर -2 जिहड़ा वो कह दईदा भी एक जिहड़ा सेंटीमीटर आ उहदे विच मीटर किन्ने हुंदे आ 10 टू रेज़ पावर -2 मीटर हुंदे आ। 10 टू रेज़ पावर -2 आ गया ना, सेंटी दा मतलब 10 टू रेज़ पावर -2। ठीक है, इसे तरह अपने को मिली MILLI मिली। ठीक है, इनू आपां स्मॉल m दे नाल रिप्रेजेंट करदे जिस तरह मिलीमीटर है। ठीक है, वो 10 टू रेज़ पावर -3 मीटर दे बराबर हुंदा है। ठीक है स्टूडेंट्स, इसे तरह माइक्रो हुंदा है। माइक्रो इनू आपां म्यू दे नाल रिप्रेजेंट करदे हैं, माइक्रो आ म्यू। ठीक है, तो लंबी जी लाइन टेढ़ा जा पा के इनू म्यू जिहड़ा लिख दीदा 10 टू रेज़ पावर -6 दे बराबर हुंदा। माइक्रोमीटर ਉਹਦੇ ਵਿੱਚ 10 टू रेज़ पावर -6 मीटर ਜਿਹੜੇ ਹੁੰਦੇ ਆ। ਠੀਕ ਹੈ, ਇਸੇ ਤਰ੍ਹਾਂ ਆਪਣੇ ਕੋ ਆ ਜਾਂਦਾ ਨੈਨੋ। नैनो ਜਿਹੜਾ n ਦੇ ਨਾਲ ਰਿਪਰੈਜ਼ੈਂਟ ਕਰਦੇ ਆ। ਠੀਕ ਹੈ, ਨੈਨੋ ਮਤਲਬ 10 टू रेज़ पावर -9 ਆ ਜਾਂਦਾ। ਠੀਕ, ਅੱਗੇ ਪੀਕੋ ਪ੍ਰੀਫਿਕਸ ਲੱਗਾ ਹੋਵੇ ਪੀਕੋ, ਇਹਨੂੰ p ਦੇ ਨਾਲ ਰਿਪਰੈਜ਼ੈਂਟ ਕਰ ਦਿੰਦੇ ਆ। ਠੀਕ ਹੈ, ਪੀਕੋ ਮੀਟਰ ਜਿਹੜਾ 10 टू रेज़ पावर -12 ਜਿਹੜਾ ਇਹ ਆ ਜਾਂਦਾ ਹੈ। ਠੀਕ, ਫਿਰ ਫੈਮਟੋ, ਫੈਮਟੋ ਅੱਗੇ ਮੈਂ ਦੱਸਿਆ ਸੀ ਤੁਹਾਨੂੰ ਫੈਮਟੋਮੀਟਰ। ਠੀਕ ਹੈ, ਇਹ ਆਪਣੇ को f ਦੇ ਨਾਲ ਰਿਪਰੈਜ਼ੈਂਟ ਕਰਦੇ ਆ। ਜੇ ਮੀਟਰ ਨਾਲ ਲਿਖਣਾ ਹੈ ਤੇ m ਨਾਲ ਜਿਹੜਾ ਰਿਪਰੈਜ਼ੈਂਟ ਕਰ ਦਿੰਦਾ। ਇਹ 10 टू रेज़ पावर -15 ਦੇ ਬਰਾਬਰ ਜਿਹੜਾ ਹੁੰਦਾ ਹੈ। ਠੀਕ ਹੈ, ਇਸ ਤਰ੍ਹਾਂ ਲਾਸਟ ਜਿਹੜਾ ਕਿ ਇਹਦੇ ਵਿੱਚ ਆ ਜਾਂਦਾ ਆਟੋ। ਠੀਕ ਹੈ, ਆਟੋ a ਦੇ ਨਾਲ। ਠੀਕ ਹੈ, ਇਹ 10 टू रेज़ पावर -18 ਦੇ ਬਰਾਬਰ ਜਿਹੜਾ ਇਹ ਹੁੰਦਾ ਹੈ। ਠੀਕ ਹੈ ਸਟੂਡੈਂਟਸ, ਇਹ ਤੇ ਸੀ ਆਪਣੇ ਕੋ ਸਾਰੇ ਸਬ ਮਲਟੀਪਲਸ। ਇਹ ਕੀ ਆ? ਸਬ ਮਲਟੀਪਲਸ, सब मल्टीपल्स। ठीक है, 10 टू रेज़ पावर माइनस दे ऑर्डर दे विच सारे जने हैगे। ठीक, दूसरे अपने को आ जाते हैं मल्टीपल्स। मल्टीपल्स यानी कि पॉजिटिव पावर दे विच। ठीक है, पॉजिटिव पावर दे विच जिहड़े इसे तरह ही प्रीफिक्स आ गया। ठीक है, उहदे नाल सिंबल आ जाणगे। ठीक है, ते नाल उहनां दी पावर ऑफ 10 आ जाऊगी, पावर ऑफ 10। ठीक है स्टूडेंट्स, तो प्रीफिक्स जिहड़ा अपने को पहला की लगदा डेका। डेका इनू आपां DA सिंबल दे नाल जिहड़ा रिप्रेजेंट कर दिंदे आ। ये 10 टू दी रेज़ पावर 1 आ जाऊगी। ठीक है, दूसरा अपने को हेक्टो। हेक्टो जिहड़ा की है इनू H नाल रिप्रेजेंट कर दिंदे आ। ये 10 टू दी रेज़ पावर 2 आ जांदा है। ठीक है, तीसरा अपने को आ जांदा किलो। ठीक है, किलो मतलब के दे नाल आपां इनू रिप्रेजेंट कर दिंदे आ। ये 10 टू रेज़ पावर 3। ठीक है, किलोग्राम कहीदा कि नहीं। सो 1 किलोग्राम दे विच किन्ने ग्राम हुंदे? 1000 ग्राम 10 टू रेज़ पावर 3 जिहड़े ग्राम हुंदे आ। ठीक है, फिर अगे आ जांदा मैगा। मैगा दा मतलब इनू आपां कैपिटल M सिंबल आ, ये 10 टू दी रेज़ पावर 6 दे बराबर हुंदा है। ठीक है, एक मैगा जिहड़ा 10 टू रेज़ पावर 6 दे बराबर हुंदा। ठीक, इसे तरह अगे आ जांदा गीगा। ठीक है, गीगा जिहड़ा G दे नाल आपां कैपिटल G दे नाल जिहड़ा इहदा सिंबल बना दिंदे आ। ठीक, ये 10 टू रेज़ पावर 9 दे बराबर हुंदा है। ठीक है, फिर आ जांदा टेरा, TERA, टेरा। ये अपने को कैपिटल T दे नाल सिंबल इहदा रिप्रेजेंट करदे आ। ठीक है, ये 10 टू रेज़ पावर 12 दे बराबर जिहड़ा की आ जांदा है। ठीक है, इसे तरह फिर पैटा। पैटा इनू कैपिटल P नाल रिप्रेजेंट कर दिंदे आ। ये 10 टू रेज़ पावर 15 दे बराबर जिहड़ा की हुंदा है। ठीक है, लास्ट आ जांदा एग्जा। एग्जा जिहड़ा कैपिटल E दे नाल रिप्रेजेंट करीदा है। ठीक है, 10 टू रेज़ पावर 18 दे बराबर जिहड़ा हुंदा है। ठीक है स्टूडेंट्स, समझ लग गई। सो इस तरह आपां जिहड़ा की ये एब्रीवेशंस जिहड़ियां इन पावर ऑफ 10 जिहड़ियां एक्सप्रैस करीदियां। ये सब मल्टीपल्स आ गए अपने को माइनस की पावर विच। ये मल्टीपल्स जिहड़े हुंदे आ ये पॉजिटिव पावर्स दे विच हुंदे आ। ठीक है स्टूडेंट्स, समझ लग गई, गल क्लीयर हो गई। सो इस नाल ही स्टूडेंट्स अपने को ये सैकेंड चैप्टर सारा समाप्त होंदा है। सो थैंक यू वेरी मच।